ਦਿੱਲੀ ਦੇ ਬਾਰਡਰ ਤੇ ਬੈਠੇ ਕਿਸਾਨਾਂ ਦਾ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੇ ਵੱਲੋਂ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਕੇਂਦਰ ਦੀ ਨੀਅਤ ਤੇ ਸ਼ੱਕ ਜ਼ਾਹਿਰ ਕੀਤਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਇੱਕ ਪਾਸੇ ਤਾਂ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਇਸ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਵਾਂ ਜਥੇਬੰਦੀਆਂ ਦੀ ਜਿਹੜੀ ਸਾਂਝੀ ਪ੍ਰੈਸ ਕਾਨਫਰੰਸ ਆ, ਜਿਹੜੀ ਹੁਣ ਚਿੱਠੀ ਦੁਬਾਰਾ ਆਈ ਆ ਸਰਕਾਰ ਦੀ, ਤਕਰੀਬਨ ਨੈਸ਼ਨਲ ਮੀਡੀਆ 'ਚ ਇਹਦੀ ਬਹੁਤ ਚਰਚਾ ਵਾ ਤੇ ਇਹ ਵੀ ਭਾਰਿਆ ਜਾ ਰਿਹਾ ਵਾ ਵੀ ਸਰਕਾਰ ਨੇ ਹਰ ਕਿਸਮ ਦੇ ਮਸਲੇ ਤੇ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਆ ਤੇ ਹੁਣ ਕਿਸਾਨ ਕੀ ਆ ਫੈਸਲਾ ਕਰਦੇ ਆ, ਇਹਦੀ ਵੇਟ ਕੀਤੀ ਜਾ ਰਹੀ ਆ। ਪਰ ਜੇ ਚਿੱਠੀ ਤੇ ਆਪਾਂ ਉਹਨੂੰ ਵੇਖੀਏ ਵਾਚੀਏ, ਉਹਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੈਗਾ ਨਵਾਂ ਜਿਹਦੇ ਤੇ ਕੋਈ ਬਹੁਤਾ ਕਹਿਣ ਨੂੰ ਕੁਝ ਹੋਵੇ। ਕਹਿ ਲੋ ਚਿੱਠੀ ਨਵੀਂ ਆ, ਮੈਟਰ ਪੁਰਾਣਾ ਵਾ। ਉਹਦੇ ਵਿੱਚ ਸਗੋਂ ਸਾਨੂੰ ਲੱਗਦਾ ਵੀ ਕੇਂਦਰ ਸਰਕਾਰ ਪਿੱਛੇ ਹਟੀ ਆ, ਜਿਹੜੀ ਆਪਣੀ ਮੰਗ ਰਹੀ ਆ ਵੀ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲਿਆਂਦਾ ਜਾਵੇ। ਉਹਦੇ ਤੇ ਉਹਨਾਂ ਕਿਹਾ ਵੀ ਇਹ ਤੁਹਾਡੀ ਨਵੀਂ ਮੰਗ ਆ। ਫਿਰ ਵੀ ਅਸੀਂ ਗੱਲ ਕਰਨਾ ਚਾਹਾਂਗੇ, ਕਵਰ ਉਹਨੂੰ ਐ ਕੀਤਾ। ਇਹਦਾ ਮਤਲਬ ਵੀ ਜਿਹੜੀ ਸਰਕਾਰ ਇਸ ਅੰਦੋਲਨ ਦੀ ਮੁੱਖ ਮੰਗ ਨੂੰ ਨਵੀਂ ਮੰਗ ਕਹਿ ਰਹੀ ਆ, ਫਿਰ ਉਹਦੇ ਤੋਂ ਉਹ ਮੀਟਿੰਗ ਵਿੱਚ ਉਹਦੇ ਤੇ ਫੈਸਲਾ ਕੀ ਕਰੂਗੀ, ਇਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਵਾ ਵੀ ਕੀ ਫੈਸਲਾ ਕਰੂਗੀ। ਸੋ ਬਾਕੀ ਜਿਹੜਾ ਇਸ ਚਿੱਠੀ ਦੇ ਰਾਹੀਂ ਫੇਰ ਖਾਸ ਕਰਕੇ ਨੈਸ਼ਨਲ ਮੀਡੀਆ ਦੇ ਰਾਹੀਂ ਕਿਸਾਨਾਂ ਵਿਰੁੱਧ ਪ੍ਰਚਾਰ ਪ੍ਰੋਪੇਗੰਡੇ ਦਾ ਇੱਕ ਹਥਿਆਰ ਵਜੋਂ ਚਿੱਠੀਆਂ ਨੂੰ ਵਰਤ ਰਿਹਾ ਆ। ਦੇਸ਼ ਦੇ ਉਹਨਾਂ ਕਿਸਾਨਾਂ ਨੂੰ ਜਚਾਉਣ ਦਾ ਯਤਨ ਆ ਜਿਹੜੇ ਕੁਝ ਬਹੁਤਾ ਜਥੇਬੰਦੀਆਂ ਦੀ ਨੀਤੀ ਪਾਲਿਸੀ ਬਾਰੇ ਨਹੀਂ ਜਾਣਦੇ। ਹਿੱਸੇ 'ਚ ਦੇਸ਼ ਦੇ ਹਿੱਸੇ 'ਚ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਰਕਾਰ ਵਾਜਬ ਹੋ ਸਕਦੀ ਆ। ਸਰਕਾਰ ਬਾਰ-ਬਾਰਲੀ ਗੱਲ ਚਿੱਠੀ ਲਿਖ ਰਹੀ ਆ ਕਿਤੇ ਕਿਸਾਨ ਹੀ ਅੜੀਅਲ ਹੈਗੇ ਆ। ਪਰ ਸੱਚ ਤਾਂ ਇਹ ਆ ਵੀ ਜਿਹੜੇ ਲੋਕ ਪਿਛਲੇ 6 ਮਹੀਨਿਆਂ ਤੋਂ ਪੰਜਾਬ 'ਚ ਤੇ ਇੱਥੋਂ 1 ਮਹੀਨਾ 'ਚ 30 ਦਿਨ ਹੋ ਗਏ ਇੱਥੇ ਦਿੱਲੀ ਦਰਬਾਰ ਦੀਆਂ ਸੜਕਾਂ ਤੇ ਬੈਠੇ ਆ ਤੇ ਲਗਾਤਾਰ ਬੜੇ ਸੰਜੀਦਗੀ ਨਾਲ, ਬੜੇ ਤਹੱਮਲ ਨਾਲ ਤੇ ਬੜੇ ਅਮਨਪੂਰਵਕ ਤਰੀਕੇ ਨਾਲ ਅੰਦੋਲਨ ਨੂੰ ਚਲਾ ਕੇ ਲਗਾਤਾਰ ਮੰਗ ਕਰ ਰਹੇ ਆ ਵੀ ਭਾਰਤ ਸਰਕਾਰ ਸਾਡੀ ਗੱਲ ਸੁਣ ਲੇ। ਜੇ ਭਾਰਤ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਆ, ਇੱਥੇ ਕੋਈ ਮਾੜੀ ਮੋਟੀ ਜਮਹੂਰੀਅਤ ਹੈਗੀ ਆ, ਤੇ ਉਹ ਲੋਕਾਂ ਦੇ ਇਸ ਵੇਲਾ ਜਿਹੜਾ ਉਭਾਰ ਆ, ਜਿਹੜੀ ਗੱਲ ਕਹਿੰਦੇ ਆ, ਉਹਨਾਂ ਦੀ ਗੱਲ ਮੰਨ ਕੇ ਉਹਨਾਂ ਦਾ ਸਨਮਾਨ ਕਰੇ। ਪਰ ਉਹ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਅੱਜ ਫੇਰ ਪ੍ਰਧਾਨ ਮੰਤਰੀ ਜੀ ਨੇ ਜੋ ਕੁਝ ਦੁਹਰਾਇਆ ਵਾ ਵੀ ਭੋਲੇ ਭਾਲੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵਾ, ਜਿਵੇਂ ਭਾਰਤ ਦੀਆਂ ਸਰਕਾਰਾਂ ਜਾਂ ਮੋਦੀ ਜੀ ਭੋਲੇ ਭਾਲੇ ਕਿਸਾਨਾਂ ਦੇ ਹੱਕ 'ਚ ਬਹੁਤ ਹੋਣ, ਜਾਂ ਉਹਨਾਂ ਨੇ 15 ਲੱਖ ਦਾ ਵਾਅਦਾ ਕਰਕੇ ਲੋਕਾਂ ਨੂੰ ਕੋਈ ਠੱਗੀ ਨਹੀਂ ਮਾਰੀ। ਉਹਨਾਂ ਨੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦਾ ਵਾਰਾ ਕਰਕੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰਤਾ ਅਸੀਂ ਲਾਗੂ ਨਹੀਂ ਕਰ ਸਕਦੇ। ਇਹ ਉਹਨਾਂ ਨਾਲ ਬੜੇ ਵਾਅਦੇ ਵਫਾ ਹੋਏ ਨੇ ਵੀ ਇਹ ਤਾਂ ਕਦੀ ਠੱਗੀ ਨਹੀਂ ਮਾਰਦੇ ਭੋਲੇ ਭਾਲੇ ਲੋਕਾਂ ਨਾਲ। ਆਗੂਆਂ ਪ੍ਰਤੀ ਇਸ ਕਿਸਮ ਦਾ ਆਭਾਰ ਕਰਨ ਦਾ ਯਤਨ ਹੋ ਰਿਹਾ ਵਾ। ਪਰ ਵੇਖਣ ਵਾਲੀ ਗੱਲ ਇਹ ਆ ਵੀ ਪਿਛਲੇ ਇੰਨੇ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਜੀ 6 ਮਹੀਨਿਆਂ ਤੋਂ ਲੈ ਕੇ ਹੁਣ ਤੱਕ ਜਿਹੜੀ ਭਾਜਪਾ ਦੀ ਇੱਕ ਨੀਤੀ ਆ, ਉਸ ਨੀਤੀ ਤਹਿਤ ਲਗਾਤਾਰ ਪ੍ਰਚਾਰ ਕਰਦੇ ਆ ਰਹੇ ਨੇ। ਸਾਨੂੰ ਕਾਊਂਟਰ ਕਰਨ ਲਈ ਲਗਾਤਾਰ ਪ੍ਰਚਾਰ ਕਰਦੇ ਨੇ, ਪਰ ਉਹਦੇ 'ਚ ਉਹ ਕਾਮਯਾਬ ਨਹੀਂ ਹੋਏ। ਉਹਦੀ ਗਰੰਟੀ ਇਹ ਆ ਵੀ ਪੰਜਾਬ ਤੋਂ ਬਾਅਦ ਹਰਿਆਣਾ ਉੱਠ ਖੜਾ ਹੋਇਆ, ਹਰਿਆਣੇ ਤੋਂ ਬਾਅਦ ਹੁਣ ਯੂਪੀ, ਪੰਜਾਬ ਵਾਲੇ ਪੈਟਰਨ ਤੇ ਉੱਠ ਕੇ ਖੜੀ ਹੋ ਰਹੀ ਆ ਤੇ ਦੇਸ਼ ਦੇ ਇੱਕ ਵੱਡੇ ਹਿੱਸੇ ਵਿੱਚ ਅੰਦੋਲਨ ਨਿਕਲ ਤੁਰਿਆ ਵਾ।
ਇਹਦੇ ਤੋਂ ਨਹੀਂ ਲੱਗ ਰਿਹਾ ਵੀ ਪ੍ਰਧਾਨ ਮੰਤਰੀ ਜੀ ਇਸ ਮਕਸਦ ਦੇ ਵਿੱਚ ਵੀ ਕਿਤੇ ਕਾਮਯਾਬ ਹੋ ਰਹੇ ਆ। ਸੋ ਇਸ ਕਰਕੇ ਚਿੱਠੀ ਦੇ ਵਿੱਚ ਜਿਹੜੀ ਮੰਤਰੀ ਸਮੂਹ ਨਾਲ ਗੱਲਬਾਤ ਦੀ ਗੱਲ ਵੀ ਆਈ ਆ। ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਇਹ ਬੋਲੇ ਵੀ ਸਾਡੇ ਖੇਤੀ ਦੇ ਕਾਨੂੰਨ ਠੀਕ ਹੈਗੇ ਆ, ਹਜੇ ਡੇਟ ਤੇ ਸਮਾਂ ਇਹ ਫੈਸਲੇ ਹੋਣੇ ਆ, ਉਹਦੇ ਚੋਂ ਕਿਸੇ ਨਾਲ ਗੱਲ ਕਰਕੇ ਤਾਂ ਕਦੀ ਸਿੱਟਾ ਨਹੀਂ ਨਿਕਲਣਾ, ਕਿਉਂਕਿ ਫੈਸਲਾ ਤੇ ਪ੍ਰਧਾਨ ਮੰਤਰੀ ਜੀ ਨੇ ਆਪਦੀ ਗੱਲਬਾਤ 'ਚ ਕਰ ਦਿੱਤਾ ਵੀ ਸਾਡੇ ਖੇਤੀ ਦੇ ਕਾਨੂੰਨ ਚੰਗੇ ਆ। ਇਹਦਾ ਮਤਲਬ ਜੇ ਕਿਸਾਨਾਂ ਨੇ ਗੱਲ ਕਰਨੀ ਆ ਤੇ ਪਿਛਲੀ ਗੱਲ ਉਹ ਖੇਤੀ ਕਾਨੂੰਨਾਂ ਦੇ ਸੋਧਾਂ ਤੇ ਤਾਂ ਕਰ ਲੈਣ, ਬਾਕੀ ਕਾਨੂੰਨਾਂ ਨੂੰ ਰੱਦ ਵਾਲੀ ਕਰਨ ਵਾਲੀ ਮੰਗ ਛੱਡ ਦੇਣ, ਜੋ ਚਿੱਠੀ ਦੀ ਮਾਨਸਿਕਤਾ ਸਾਡੇ ਸਾਹਮਣੇ ਉੱਭਰ ਕੇ ਆ ਰਹੀ ਆ। ਸੋ ਇਹੀ ਆ। ਸੋ ਆਪਣੀਆਂ ਦੋਵਾਂ ਜਥੇਬੰਦੀਆਂ ਨੇ ਆਪਣੀ ਜਿਹੜੀ ਇਹ ਚਿੱਠੀ ਤੇ ਵਿਆਖਿਆ ਵਾ ਜਾਂ ਅਪਡੇਟ ਆ ਦਿੱਤੀ ਆ। ਬਾਕੀ ਸਾਂਝੀ ਸਾਰਿਆਂ ਦੀ ਕੀ ਬਣਦੀ ਆ ਰਹਿ, ਇਹਦੀ ਗੁਜਾਇਸ਼ ਰੱਖੀ ਜਾਣੀ ਚਾਹੀਦੀ ਆ। ਉਹ ਵੀ ਕਰਾਂਗੇ ਸਾਰਿਆਂ ਨਾਲ ਤਾਲਮੇਲ ਕੇ, ਕੋਈ ਸਾਂਝਾ ਸਾਡਾ ਸਰਕਾਰ ਸਾਰਿਆਂ ਵੱਲੋਂ ਇਹ ਮਤ ਚਲਿਆ ਜਾਵੇ। ਹਾਂਜੀ ਜਿਹੜੀਆਂ ਇਹ 2 ਚਿੱਠੀਆਂ ਕੇਂਦਰ ਨੇ ਭੇਜੀਆਂ ਨੇ, ਇਹਦਾ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਕੇਂਦਰ 2 ਸੱਦੇ ਪੱਤਰ ਭੇਜ ਚੁੱਕਿਆ, ਜਿਹਦੇ 'ਚ ਇਹ ਜ਼ਿਕਰ ਹੈ ਵੀ ਸਮਾਂ ਵੀ ਤੁਹਾਡਾ, ਜਗ੍ਹਾ ਵੀ ਤੁਹਾਡੀ, ਤਰੀਕ ਵੀ ਤੁਸੀਂ ਤੈਅ ਕਰੋਗੇ ਕਿਹੜੀ ਨੂੰ ਮੀਟਿੰਗ ਕਰਨੀ ਹੈ, ਤੇ ਜਗ੍ਹਾ ਵੀ ਤੁਸੀਂ ਤੈਅ ਕਰੋਗੇ ਵੀ ਕਿੱਥੇ ਮੀਟਿੰਗ ਕਰਨੀ। ਜਾਨੀ ਇਹ ਚਿੱਠੀ ਰਾਹੀਂ ਪ੍ਰਚਾਰ ਚਿੱਠੀ ਨੂੰ ਸੱਦਾ ਪੱਤਰ ਵਜੋਂ ਗਿਣਿਆ ਜਾਂਦਾ, ਜਦੋਂ ਕਿ ਸੱਦਾ ਪੱਤਰ ਤੇ ਚਿੱਠੀ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੁੰਦਾ। ਸੱਦਾ ਪੱਤਰ ਦਾ ਮਤਲਬ ਇਹ ਵੀ ਸਰਕਾਰ ਨੇ ਗੱਲਬਾਤ ਕਰਨ ਦਾ ਮਨ ਬਣਾ ਲਿਆ। ਸੱਦਾ ਪੱਤਰ ਸੰਬੰਧਿਤ ਮੰਤਰੀਆਂ ਵੱਲੋਂ ਹੁੰਦਾ ਹੈ, ਜਿਹੜੇ ਮੰਤਰੀ ਗੱਲਬਾਤ 'ਚ ਬਹਿੰਦੇ ਨੇ ਉਹਨੂੰ ਸੱਦਾ ਪੱਤਰ ਕਿਹਾ ਜਾਂਦਾ ਹੈ। ਜਿਹੜੀ ਚਿੱਠੀ ਹੈ, ਚਿੱਠੀ ਐਗਰੀਕਲਚਰ ਸਕੱਤਰ ਵੱਲੋਂ ਕੱਢੀ ਜਾਂਦੀ ਹੈ। ਇਹ 2 ਚਿੱਠੀਆਂ ਨੇ ਜਿਹੜੀਆਂ ਖੇਤੀਬਾੜੀ ਸਕੱਤਰ ਨੇ ਕੱਢੀਆਂ ਨੇ, ਤੇ ਦੋਨੇ ਚਿੱਠੀਆਂ ਦੇ ਵਿੱਚ ਸਿਰਫ ਫਰਕ ਇੰਨੀ ਹੈ, ਇੱਕ 20 ਤਰੀਕ ਨੂੰ ਆਈ ਹੈ, ਇੱਕ 24 ਤਰੀਕ ਨੂੰ ਚਿੱਠੀ ਆਈ ਹੈ। ਜਾਨੀ ਫਰਕ ਇਹਦੇ 'ਚ ਇੰਨਾ ਹੀ ਹੈ ਕਿ ਦੂਜੀ ਚਿੱਠੀ ਦੇ ਵਿੱਚ ਇਹ ਕਿਹਾ ਵੀ MSP ਵਾਲੀ ਗੱਲ ਤੁਹਾਡੀ ਨਵੀਂ ਪਾਈ ਹੋਈ ਹੈ। ਤੁਸੀਂ ਹੈਰਾਨ ਹੋਵੋਗੇ ਕਿ ਐਡਾ ਵੱਡਾ ਝੂਠ ਮਾਰਨ ਵਾਲੀ ਸਰਕਾਰ ਨੂੰ ਤੁਸੀਂ ਗਿਣੋਗੇ ਕਿਵੇਂ, ਜਦੋਂ 1 ਤਰੀਕ ਦੀ ਮੰਗ ਪੱਤਰ ਪਹਿਲੀ ਮੀਟਿੰਗ ਦੇ ਵਿੱਚ ਜਿਹੜੀ ਤੋਮਰ ਨਾਲ ਹੋਈ ਹੈ, ਉਹਦੇ 'ਚ ਬੈਠ ਕੇ ਜਦੋਂ ਇੱਥੇ ਧਰਨਾ ਲੱਗਿਆ, ਬਸ ਜਦੋਂ ਮੰਗ ਪੱਤਰ ਪੜ੍ਹਿਆ ਤਾਂ ਇਹ 6ਵੀਂ ਮੰਗ ਪੱਤਰ ਪੜ੍ਹ ਕੇ ਚਰਚਾ 'ਚ ਆਈ ਹੈ, ਫਿਰ ਇਹ ਨਵੀਂ ਕਿਵੇਂ ਹੋ ਗਈ। ਇਸ ਕਰਕੇ ਉਹ ਘੇਰੇ 'ਚ ਗੱਲ ਕਰਨੀ ਹੈ, ਅਮੈਂਡਮੈਂਟਾਂ ਦੇ ਅੰਦਰ ਰਹਿ ਕੇ ਗੱਲ ਕਰਨੀ ਹੈ ਕਿ ਬਾਹਰ ਰਹਿ ਕੇ ਗੱਲ ਕਰਨੀ ਹੈ। ਇਹ ਕੇਂਦਰ ਤੋਂ ਉਸੇ 'ਤੇ ਹੀ ਹੈ ਇਹ ਚਿੱਠੀ। ਦੂਜੀ ਗੱਲ ਇਹ ਹੈ ਵੀ ਇਹ ਚਿੱਠੀ ਇਹ ਇੱਕ ਪ੍ਰੋਪੇਗੈਂਡਾ ਹੈ, ਸਾਡੇ ਖਿਲਾਫ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਪ੍ਰੋਪੇਗੈਂਡਾ ਹੈ ਵੀ ਸਰਕਾਰ ਸੱਦ ਰਹੀ ਹੈ, ਇੰਨੀ ਸੂਖਮ ਹੈ ਸਰਕਾਰ ਕਿ ਬਾਰ-ਬਾਰ ਚਿੱਠੀਆਂ ਭੇਜ ਰਹੀ ਹੈ, ਪਰ ਕਿਸਾਨ ਜਥੇਬੰਦੀਆਂ ਉਹਦੀ ਗੱਲਬਾਤ 'ਚ ਜਾਂਦੀਆਂ ਨੇ। ਪ੍ਰਭਾਵ ਇਹ ਛੱਡਿਆ ਜਾ ਰਿਹਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਸ਼ਰੇਆਮ ਬੋਲੀ ਜਾਂਦਾ ਵੀ ਕਾਨੂੰਨ ਬਹੁਤ ਠੀਕ ਨੇ। ਇਸ ਕਰਕੇ ਇਹਦਾ ਮਨਸੂਬਾ ਕੀ ਹੈ ਇਹਨਾਂ ਦਾ ਵੀ ਇਹ ਇਕੱਠ ਨਿਰਾਸ਼ ਹੋ ਜਾਵੇ, ਘਟ ਜਾਵੇ। ਜਾਨੀ ਰਾਤ ਦੀ ਇੱਕ ਘਟਨਾ, ਐਸੇ ਨਾਕੇ ਦੀ ਇੱਕ ਘਟਨਾ ਹੈ ਕਿ ਇੱਕ ਟਰਾਲੀ ਦੇ ਵਿੱਚ ਬਦੋ-ਬਦੀ 2 ਕੁੜੀਆਂ ਜਾ ਵੜੀਆਂ। ਇਹ ਕਿਸ ਕਿਸਮ ਦਾ ਪ੍ਰਚਾਰ ਹੈ, ਇਹ ਕਿਸ ਕਿਸਮ ਦਾ ਕਾਰਵਾਈ ਹੈ। ਜਾਨੀ ਗੁੰਡੇ ਛੱਡਣਾ, ਉਹਨਾਂ ਨੂੰ ਇਹ ਕਹਿਣਾ ਵੀ ਤੁਸੀਂ ਨਾਕਾ ਕਿਉਂ ਨਹੀਂ ਤੋੜਦੇ, ਇੱਥੇ ਬੈਠੇ ਰੋਟੀਆਂ ਖਾਂਦੇ ਹੋ, ਵੈਦ ਜਥੇਬੰਦੀਆਂ ਦੇ ਲਾਉਣੇ, ਸ਼ਰਾਬ ਵੰਡਣੀ, ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨੀਆਂ। ਉਧਰ ਪ੍ਰਚਾਰ ਕਰਨਾ ਵੀ ਸਰਕਾਰ ਗੱਲਬਾਤ ਵਾਸਤੇ ਤਿਆਰ ਹੈ, ਇਹ ਗੱਲਬਾਤ ਨਹੀਂ ਕਰਦੇ। ਵੱਡੀ ਪੱਧਰ ਤੇ ਪ੍ਰਚਾਰ ਇਹ ਕਰਨਾ ਵੀ ਕਾਨੂੰਨ ਬਹੁਤ ਵਧੀਆ ਨੇ, ਇਹਦਾ ਗੁੰਮਰਾਹ ਕੀਤੇ ਹੋਏ ਨੇ। ਜਾਨੀ ਦੋਗਲੀ ਨੀਤੀ। ਜੇ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਵੀ ਮੈਂ ਕਿਸਾਨਾਂ ਦੀ ਖਾਤਰ ਸੰਸੀਅਰ ਹਾਂ,
ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੇ ਨਾਲ ਗੱਲ ਕਰਨ। ਪਰ ਫਿਰ ਇਹ ਗੱਲ ਕੀ ਹੈ ਵੀ ਜਿਹੜੀ ਉਹ ਕਹਿ ਰਿਹਾ ਵੀ ਕਾਨੂੰਨ ਤਾਂ ਬਹੁਤ ਵਧੀਆ ਨੇ, ਫਿਰ ਗੱਲ ਦਾ ਆਧਾਰ ਕੀ ਰਹਿ ਗਿਆ? ਇਹਦਾ ਫਰਕ ਜਿਹਨੇ ਇੰਨਾ ਪਿਆ ਸੀ ਕਹਿੰਦਾ ਵੀ ਰੱਦ ਕਰੋ, ਉਹ ਕਹਿੰਦਾ ਬਹੁਤ ਵਧੀਆ ਨੇ। ਤਾਂ ਗੱਲ ਦੇ ਵਿੱਚ ਜਿਹੜਾ ਪਾੜਾ ਹੈ ਉਹ ਬਹੁਤ ਵੱਡਾ ਪਾੜਾ ਹੈ। ਗੱਲ ਦਾ ਮਾਹੌਲ ਪੈਦਾ ਕਰੋ, ਗੱਲ ਦਾ ਆਧਾਰ ਪੈਦਾ ਕਰੋ। ਜੇ ਤੁਹਾਡਾ ਸੱਦਾ ਪੱਤਰ ਇਸ ਗੱਲ ਤੇ ਆਉਂਦਾ ਹੈ ਕਿ 5 ਤਰੀਕ ਨੂੰ ਜਿਹੜੀ ਗੱਲ ਤੇ ਗੱਲ ਡੈਡਲਾਕ ਹੋਈ ਹੈ ਉਸ ਗੱਲ ਤੋਂ ਗਾਹਾਂ ਸ਼ੁਰੂ ਕੀਤੀ ਜਾਊਗੀ ਵੀ ਕਾਨੂੰਨ ਰੱਦ ਕਰਨੇ ਨੇ, ਇਹਦੇ ਬਾਰੇ ਸਰਕਾਰ ਕੀ ਸੋਚਦੀ ਹੈ, ਇਹ ਰੱਦ ਕਿਵੇਂ ਹੋਣਗੇ, ਇਹਦਾ ਪ੍ਰੋਸੈਸ ਕਿਵੇਂ ਚੱਲੂ, ਇਹ ਲੀਗਲੀ ਅੜਿੱਕਾ ਕਿਵੇਂ ਕੱਢਿਆ ਜਾਊ, ਜਾਂ ਇਹਦੀ ਪੈਰਲਲ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਊ। ਜੇ ਗੱਲ ਉਦੋਂ ਗਾਹਾਂ ਤੁਰਦੀ ਹੈ ਤਾਂ ਗੱਲ ਦਾ ਆਧਾਰ ਬਣਦਾ, ਡੈਡਲਾਕ ਟੁੱਟਦਾ। ਸਰਕਾਰ ਇਹ ਡੈਡਲਾਕ ਤੋੜਨ ਵਾਸਤੇ ਆਪ ਤਿਆਰ ਨਹੀਂ। ਇਸ ਕਰਕੇ ਪਹਿਲੀ ਵਾਰ 23 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ 'ਤੇ ਅਸੀਂ ਫੈਸਲਾ ਕੀਤਾ ਹੈ ਵੀ ਤਿੰਨੇ ਕਾਨੂੰਨ ਸਰਕਾਰ ਰੱਦ ਕਰੇ। ਉਹਨਾਂ ਦੀ ਚਿੱਠੀ ਦਾ ਜਵਾਬ ਲਿਖਤੀ ਭੇਜਿਆ, 23 ਤਰੀਕ ਨੂੰ ਗਿਆ। ਤਿੰਨੇ ਕਾਨੂੰਨ ਰੱਦ ਕਰੇ। 2020 ਬਿੱਲ ਹੈ ਜਿਹੜਾ ਬਿਜਲੀ ਬਿੱਲ, ਉਹਦੀਆਂ 4 ਛਾਤਰਾਂ ਲਿਖ ਕੇ ਵੀ ਇਹ ਪੰਜਾਬ ਸਰਕਾਰ ਦੇ ਅਧਿਕਾਰ ਨੂੰ ਖੋਹਦੀ ਹੈ। 4 ਛਾਤਰਾਂ ਲਿਖ ਕੇ ਉਹਦਾ ਜਵਾਬ ਦਿੱਤਾ ਜਾਵੇ। ਪ੍ਰਦੂਸ਼ਣ ਵਾਲੇ ਦੇ ਮਗਰ ਪਰਾਲੀ ਕਿਵੇਂ ਸਾਡੀ ਮਜਬੂਰੀ ਹੈ, ਉਹਦੀਆਂ ਵੀ 4 ਛਾਤਰਾਂ ਲਿਖੀਆਂ ਜਾਣ। MSP ਕਿਉਂ ਜ਼ਰੂਰੀ ਹੈ, ਸਾਰੇ ਦੇਸ਼ ਵਾਸਤੇ ਕਿਉਂ ਜ਼ਰੂਰੀ ਹੈ, PDS ਕਿਉਂ ਜ਼ਰੂਰੀ ਹੈ, ਸਰਕਾਰੀ ਖਰੀਦ ਕਿਉਂ ਜ਼ਰੂਰੀ ਹੈ, ਉਹ MSP ਦੇ 4 ਛਾਤਰਾਂ ਲਿਖ ਕੇ ਕੇਂਦਰ ਸਰਕਾਰ ਨੂੰ ਜਵਾਬ ਭੇਜਿਆ ਜਾਵੇ। ਜਾਨੀ 23 ਤਰੀਕ ਨੂੰ ਚਿੱਠੀ ਜਾਂਦੀ ਹੈ ਤੇ 24 ਨੂੰ ਮੁੜ ਕੇ ਫਿਰ ਉਹੀ ਚਿੱਠੀ ਫੇਰ ਆ ਜਾਂਦੀ। ਜਾਨੀ ਇਹਦੇ ਵਿੱਚ ਨਵੀਂ ਕੋਈ ਗੱਲ ਨਹੀਂ ਹੈ। ਬਾਰ-ਬਾਰ ਚਿੱਠੀਆਂ ਦਾ ਦੌਰ ਚੱਲ ਪਿਆ। ਪਹਿਲਾਂ ਜਿਵੇਂ ਮੀਟਿੰਗਾਂ ਦੇ ਦੌਰ ਦੇ ਵਿੱਚ ਕੁਝ ਕੱਢਣ ਪਾਉਣ ਨੂੰ ਨਹੀਂ ਸੀ, ਹੁਣ ਇਹ ਜਿਹੜਾ ਚਿੱਠੀਆਂ ਦਾ ਦੌਰ ਹੈ, ਕਾਗਜ਼ਾਂ ਦਾ ਦੌਰ, ਇੱਧਰੋਂ ਉੱਧਰ ਆ ਗਈ, ਇੱਧਰੋਂ ਉੱਧਰ ਆ ਗਈ। ਇਹ ਟਾਲ ਮਟੋਲ ਦੀ ਨੀਤੀ ਹੈ, ਨਿਰਾਸ਼ ਕਰਨ ਦੀ ਨੀਤੀ ਹੈ, ਇਕੱਠ ਘਟਾਉਣ ਦੀ ਨੀਤੀ ਹੈ, ਇਹਨੂੰ ਪਾੜ ਕੇ ਖਦੇੜ ਦੇਣ ਦੀ ਨੀਤੀ ਹੈ, ਇਹਨੂੰ ਕੁੱਟ ਕੇ ਭਜਾ ਦੇਣ ਦੀ ਨੀਤੀ ਹੈ। ਸਰਕਾਰ ਇਸ ਗੱਲ ਤੇ ਆਈ ਹੋਈ ਹੈ। ਪਰ ਅਸੀਂ ਤੁਹਾਡੇ ਰਾਹੀਂ ਸਰਕਾਰ ਨੂੰ ਇੱਕ ਗੱਲ ਕਰਨੀ ਚਾਹੁੰਦੇ ਹਾਂ ਕਿ ਤੁਹਾਡਾ ਇਹ ਭੁਲੇਖਾ ਹੈ। ਆਹ ਜੋੜ ਮੇਲਾ ਹੈ, 4 ਦਿਨ 3 ਦਿਨ ਲੰਘ ਜਾਣੇ ਨੇ, ਇਹਦੇ ਕਰਕੇ ਕਿਸੇ ਨਾ ਕਿਸੇ ਇਕੱਠ ਦਾ ਫਰਕ ਪੈ ਸਕਦਾ। ਪਰ ਅਸੀਂ ਅੱਜ 25 ਤਰੀਕ ਹੋ ਗਈ, ਮਾਝੇ ਦਾ ਕਾਫਲਾ ਫਤਿਹਗੜ੍ਹ ਸਾਹਿਬ ਆ ਕੇ ਸਟੇ ਕਰੂਗਾ। ਅੱਜ ਉਧਰੋਂ ਤੁਰਿਆ ਹੋਇਆ ਮਾਝੋਂ ਕਾਫਲਾ, ਸਾਡਾ ਖਨੌਰੀ ਦਾ ਕਾਫਲਾ ਰੋਹਤਕ ਦੇ ਨੇੜੇ ਕੱਲ ਨੂੰ ਤੁਰਨਾ, ਉਹਨੇ 26 ਤਰੀਕ ਨੂੰ। ਉਹ ਰੋਹਤਕ ਦੇ ਨੇੜੇ ਆ ਕੇ ਕਿਤੇ ਰਾਤ ਨੂੰ ਸਟੇ ਕਰ ਸਕਦਾ, ਉਹਦੀ ਸਟੇ ਉੱਥੇ ਹੋ ਸਕਦੀ ਹੈ। ਤੀਜਾ ਕਾਫਲਾ ਸਾਡਾ 27 ਤਰੀਕ ਨੂੰ ਜਿਹੜਾ ਦਾਬਾਲੀ ਵਾਲੇ ਪਾਸੋਂ ਚੱਲਣਾ, ਜਿਹਦੀ ਗਿਣਤੀ 15,000 ਦੇ ਨੇੜੇ ਹੋਣੀ ਹੈ, ਉਹ ਫਤਿਹਬਾਦ ਰਾਤ ਨੂੰ ਸਟੇ ਕਰੂਗਾ। ਉੱਥੋਂ ਸਟੇ ਕਰਕੇ ਦੂਜੇ ਦਿਨ 28 ਤਰੀਕ ਨੂੰ ਪਹੁੰਚੂਗਾ। ਯਾਨੀ ਸਾਡੇ 3 ਕਾਫਲੇ 27, 28 ਤਰੀਕ ਤੱਕ ਇੱਥੇ ਪਹੁੰਚਣ ਵਾਲੇ ਆ, ਜਿਨ੍ਹਾਂ ਦੀ ਗਿਣਤੀ ਅਸੀਂ ਕਹਿ ਸਕਦੇ ਹਾਂ ਵੀ 40,000 ਦੇ ਲਗਭਗ ਹੋ ਸਕਦੀ ਹੈ। ਇਸ ਕਰਕੇ ਇਕੱਠ ਘਟਣ ਦਾ ਕੋਈ ਸੰਭਾਵਨਾ ਨਹੀਂ। ਅਸੀਂ ਤਿਆਰੀ ਨਾਲ ਆਏ ਹਾਂ, 6 ਮਹੀਨਿਆਂ ਦੀ ਤਿਆਰੀ ਨਾਲ ਆਏ ਹਾਂ। ਲੋਹੜੀ ਵੀ ਇੱਥੇ ਜਾਣੀ ਹੈ, ਵਿਸਾਖੀ ਵੀ ਇੱਥੇ ਜਾਣੀ ਹੈ, ਪੂਰਾ ਮੱਥ ਕੇ ਆਏ ਹਾਂ। ਕੁਛ ਨਾ ਕੁਛ ਜ਼ਰੂਰ ਲੈ ਕੇ ਜਾਵਾਂਗੇ। ਅਸੀਂ ਹੌਸਲੇ ਨਾਲ ਕਹਿ ਸਕਦੇ ਹਾਂ ਤੇ ਦਾਅਵੇ ਨਾਲ ਕਹਿ ਸਕਦੇ ਹਾਂ, ਸਾਡੇ ਚਿਹਰਿਆਂ ਤੇ ਤੁਸੀਂ ਨਿਰਾਸ਼ਤਾ ਦੇਖਣ ਨੂੰ ਤੁਹਾਨੂੰ ਕਦੇ ਨਹੀਂ ਮਿਲੂਗੀ, ਕਿਉਂਕਿ ਅਸੀਂ ਬਹੁਤ ਕੁਝ ਜਿੱਤ ਚੁੱਕੇ ਹਾਂ। ਅਸੀਂ ਪੂਰਾ ਹਿੰਦੁਸਤਾਨ, ਕੱਲਾ ਪੰਜਾਬ ਨਹੀਂ, ਪੂਰਾ ਹਿੰਦੁਸਤਾਨ ਅਸੀਂ ਖੜਾ ਕਰ ਲਿਆ। ਅਸੀਂ ਉਹ ਹਿੱਸਿਆਂ ਨੂੰ ਇਸ ਕਲਾਵੇ 'ਚ ਲੈ ਲਏ ਜਿਹੜੇ ਕਦੋਂ ਘਰੇ ਬਾਹਰ ਨਹੀਂ ਸੀ ਨਿਕਲੇ। ਅਸੀਂ ਉਹ ਹਿੱਸੇ ਨੂੰ ਕਲਾਵੇ 'ਚ ਲੈ ਲਿਆ ਜਿਹੜਾ ਕਦੇ ਸਾਡੀ ਗੱਲ ਨਹੀਂ ਸੀ ਸੁਣਦਾ ਹੁੰਦਾ। ਅਸੀਂ ਉਹ ਪੰਜਾਬ ਦੇ ਬੁੱਧੀਜੀਵੀ ਖੇਤਰ ਨੂੰ ਆਪਦੇ ਨਾਲ ਲੈ ਲਿਆ ਜਿਹੜਾ ਸਿਰਫ ਤੇ ਸਿਰਫ ਸਾਡੀ ਗੱਲ ਕਰਦਾ। ਇਸ ਕਰਕੇ ਅਸੀਂ ਕੱਲਾ ਪੰਜਾਬ ਨਹੀਂ, ਅੱਜ ਸਾਰਾ ਹਿੰਦੁਸਤਾਨ ਸੜਕਾਂ ਤੇ ਆ ਗਿਆ। ਤੇ ਕੱਲਾ ਹੁਣ ਹਿੰਦੁਸਤਾਨ ਨਹੀਂ ਰਿਹਾ, ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਿਸਾਨਾਂ ਦੀ ਗੱਲ ਹੀ ਚੱਲਦੀ ਹੈ। ਤੇ ਇਸ ਕਰਕੇ ਅਸੀਂ ਬਹੁਤ ਕੁਝ ਹਾਸਲ ਕਰ ਲਿਆ। ਜਿਹੜਾ ਰਹਿੰਦਾ ਛੇਤੀ ਜਿੱਤ ਲਾਂਗੇ, ਦਿੱਲੀ ਵਾਲੀ ਦੂਰ ਨਹੀਂ ਹੈ।